ਨਾਨਕ ਪਤਤ ਉਦਾਹਰਣ ਹੈ। ਗੁਰੂ ਤੇਗ ਬਹਾਦਰ ਸਰਾਪਾ ਫਜ਼ਾਲ। ਜ਼ੀਨਤ ਆਰਾਏ ਮਹਿਫਿਲੇ ਜਾਹੋ ਜਾਲਾਲ। ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਕੀਨੋ ਵੱਡੋ ਕਲੂ ਮਹਿ ਸਾਕਾ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦਿਆ ਪਰ ਸਿਰ ਨਾ ਦਿਆ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਨੌਵੇਂ ਗੁਰੂ ਨਾਨਕ ਪਰਮਾਤਮਾ ਦੇ ਸਰਗੁਣ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਇਹ ਮਹਾਨ ਸਮਾਗਮ ਗੁਰੂ ਸਾਹਿਬ ਦੀ ਅਗੰਮੀ ਸ਼ਖਸੀਅਤ ਨੂੰ ਯਾਦ ਕਰਦਿਆਂ ਕਰਵਾ ਰਹੀਆਂ ਨੇ। ਅੱਜ ਇਸ ਪਾਵਨ ਸਥਾਨ ਉੱਪਰ ਵੀ ਆਪ ਲੱਖਾਂ ਦੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਹੋ। ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਹੁਣਾਂ ਬੜੀ ਸਹਿਜਤਾ ਦੇ ਨਾਲ ਗੁਰ ਉਪਦੇਸ਼ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਚਾਰ ਕਰਕੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗੰਮੀ ਜੀਵਨ ਨੂੰ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਸੁਖਮਣੀ ਸਾਹਿਬ ਰਾਗ ਗੌੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 262 ਅੰਗ ਤੋਂ 296 ਅੰਗ ਦੇ ਦਰਮਿਆਨ ਦਰਜ ਹੈ। ਇਸ ਅਗੰਮੀ ਬਾਣੀ ਦੀ ਦੂਸਰੀ ਅਸ਼ਟਪਦੀ ਦੇ ਦੂਸਰੇ ਪਦੇ ਦੇ ਵਿੱਚ ਮਹਾਰਾਜ ਸਾਨੂੰ ਇਹ ਉਪਦੇਸ਼ ਬਖਸ਼ਦੇ ਨੇ। ਕਹਿੰਦੇ ਇਸ ਸ੍ਰਿਸ਼ਟੀ ਦੇ ਵਿੱਚ ਪਦਾਰਥਾਂ ਕਰਕੇ ਮਾਇਆ ਕਰਕੇ ਸੁੱਖ ਨਹੀਂ ਹੈ, ਸੁੱਖ ਕਰਮਾਂ ਦਾ ਹੈ। ਜੇ ਮਾਇਆ ਕਰਕੇ ਸੁੱਖ ਹੁੰਦਾ ਤੇ ਦੁਨੀਆ ਤੇ ਰਾਜਸੀ ਸੱਤਾ ਦੇ ਮਾਲਕ ਕਦੇ ਵੀ ਦੁਖੀ ਨਾ ਹੁੰਦੇ। ਪਰ ਅੰਦਰ ਫੋਲ ਕੇ ਵੇਖੋ, ਦੁੱਖਾਂ ਦੇ ਅੰਗਿਆਰੇ, ਤ੍ਰਿਸ਼ਨਾ ਦੇ ਅੰਗਿਆਰੇ, ਵਿਕਾਰਾਂ ਦੇ ਅੰਗਿਆਰੇ ਉਹਨਾਂ ਦੇ ਅੰਦਰ ਬਲਦੇ ਨੇ। ਸ੍ਰਿਸ਼ਟੀ ਦਾ ਕੋਈ ਵੀ ਰਾਜਾ ਹੈ, ਜਿਤਨੇ ਵੀ ਖੰਡ ਨੇ, ਟੁਕੜੇ ਨੇ, ਉਹਨਾਂ ਦੇ ਜਿੰਨੇ ਵੀ ਰਾਜੇ ਨੇ, ਸਭ ਦੁੱਖ ਭੋਗਦੇ ਨੇ। ਮਾਇਆ ਪਦਾਰਥ ਖਰੀਦਣ ਵਿੱਚ ਸਹਾਇਕ ਹੈ, ਉਹਨਾਂ ਨੂੰ ਭੋਗ ਸਕੀਏ, ਆਨੰਦ ਲੈ ਸਕੀਏ, ਇਹ ਮਾਇਆ ਦੀ ਅਜ਼ਮਤ ਨਹੀਂ ਹੈ। ਕਈ ਵਾਰ ਪੈਸਾ ਹੁੰਦਾ ਹੈ, ਪਦਾਰਥ ਹੁੰਦੇ ਨੇ, ਭੋਗ ਨਹੀਂ ਪਾਉਂਦੇ, ਸੁੱਖ ਨਹੀਂ ਮਿਲਦਾ। ਮਹਾਰਾਜ ਕਹਿੰਦੇ ਜੇ ਸੁਖ ਚਾਹੀਦਾ ਹੈ, ਹਰ ਕਾ ਨਾਮ ਜਪਤ ਹੋਏ ਸੁਖੀਆ।
ਹਰਿਆ ਭਰਿਆ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ। ਨਾਮ ਜਪਣ ਵਾਲੇ ਕੋਲ ਚਾਹੇ ਮਾਇਆ ਨਹੀਂ ਹੈ, ਕੁੱਲੀ ਵਿੱਚ ਰਹਿੰਦਾ ਹੋਇਆ ਵੀ ਆਨੰਦਿਤ ਹੈ, ਖੇੜੇ ਵਿੱਚ ਹੈ, ਡਿਪਰੈਸ਼ਨ ਚਿੰਤਾਵਾਂ ਉਹਦੇ ਨਜ਼ਦੀਕ ਨਹੀਂ ਆਉਂਦੀਆਂ। ਸੋ ਨਾਮ ਜਪਣ ਵਾਲੇ ਨੂੰ ਸੁਖ ਹੈ। ਪੈਸਾ ਕੇਵਲ ਗੁਜ਼ਰਾਨ ਹੈ, ਗੁਜ਼ਾਰਾ ਚੱਲ ਸਕਦਾ ਹੈ, ਸੁਖ ਨਾਮ ਦੇ ਨਾਲ ਹੀ ਮਿਲੇਗਾ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਲੱਖ ਕਰੋੜੀ ਬੰਦ ਨਾ ਪਰੈ। ਕਹਿੰਦੇ ਤ੍ਰਿਸ਼ਨਾ ਦੀ ਭੁੱਖ ਨੂੰ ਬੰਨ ਨਹੀਂ ਲੱਗਦਾ, ਚਾਹੇ ਕਰੋੜਾਂ ਰੁਪਈਆ ਇਕੱਠਾ ਕਰ ਲਈਏ। ਜਦੋਂ 100 ਕਮਾਉਂਦੇ ਸੀ ਗੁਜ਼ਾਰਾ ਉਦੋਂ ਵੀ ਚੱਲਦਾ ਸੀ, ਫਿਰ ਤ੍ਰਿਸ਼ਨਾ ਪੈਦਾ ਹੋਈ, 1000 ਕਮਾਈਏ, 1000 ਕਮਾ ਲਿਆ, ਗੁਜ਼ਾਰਾ ਚੱਲੀ ਗਿਆ। ਫਿਰ ਤ੍ਰਿਸ਼ਨਾ ਲੱਖ ਦੀ ਪੈਦਾ ਹੋਈ, ਕਰੋੜ ਦੀ ਪੈਦਾ ਹੋਈ। ਕਹਿੰਦੇ ਕਰੋੜਾਂ ਲੱਖਾਂ ਰੁਪਏ ਵੀ ਇਕੱਤਰ ਕਰ ਲਏ, ਫਿਰ ਵੀ ਮਹਾਰਾਜ ਆਖਣ ਲੱਗੇ ਮਾਇਆ ਦੀ ਜਿਹੜੀ ਲੱਗੀ ਹੋਈ ਤ੍ਰੇਹ ਹੈ, ਤ੍ਰਿਸ਼ਨਾ ਹੈ, ਉਹ ਨਾ ਮਿਟੀ। ਸੋ ਜਿਵੇਂ ਅੱਗ ਮੱਚੇ, ਜਿੰਨਾ ਚਾਹੇ ਲੱਕੜਾਂ ਦੀ ਖੁਰਾਕ ਉਸ ਨੂੰ ਦਿਓ, ਉਹਦੀ ਭੁੱਖ ਨਹੀਂ ਮਿਟਦੀ। ਪਦਾਰਥਾਂ ਦੇ ਨਾਲ ਬੰਦਾ ਕਦੇ ਵੀ ਰੱਜਦਾ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਹਰਿ ਕਾ ਨਾਮ ਜਪਤ ਨਿਸਤਰੈ। ਮਾਇਆ ਦੀ ਅੱਗ ਜਿਹੜੀ ਹੈ ਨਾਮ ਦੇ ਛਿਟਿਆਂ ਦੇ ਨਾਲ ਹੀ ਬੁਝਦੀ ਹੈ। ਇਸ ਸੰਸਾਰ ਸਾਗਰ ਤੋਂ, ਦੁੱਖਾਂ ਦੇ ਸਾਗਰ ਤੋਂ ਨਿਸਤਾਰਾ ਨਾਮ ਕਰਕੇ ਹੈ। ਪਰਮਾਤਮਾ ਦੇ ਗੀਤ ਕੌਣ ਕਰਕੇ ਹੈ? ਜਿਹੜਾ ਵੀ ਗੀਤ ਗਾਵੇਗਾ, ਪਰਮਾਤਮਾ ਦੀ ਵਡਿਆਈ ਕਰੇਗਾ, ਉਹਨੂੰ ਨਜ਼ਾਤ ਮਿਲ ਜਾਵੇਗੀ। ਜਿਵੇਂ ਬਾਣੀ ਚਾਹੁੰਦਾ ਹੈ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ। ਜਿਨ੍ਹਾਂ ਨਾਮ ਰੱਜ ਕੇ ਖਾਧਾ ਹੈ, ਜਪਿਆ ਹੈ, ਸੁਖ ਉਹਨਾਂ ਨੂੰ ਹੈ, ਭੁੱਖ ਉਹਨਾਂ ਦੀ ਮਿਟੀ ਹੈ, ਤ੍ਰਿਸ਼ਨਾ ਦੀ ਅੱਗ ਉਹਨਾਂ ਦੀ ਬੁਝੀ ਹੈ। ਪਦਾਰਥਾਂ ਨਾਲ ਕਦੇ ਵੀ ਕੋਈ ਰੱਜਿਆ ਨਹੀਂ ਹੈ। ਅੱਗੇ ਗੁਰੂ ਸਾਹਿਬ ਹੁਕਮ ਕਰਦੇ ਨੇ, ਅਨਕ ਮਾਇਆ ਰੰਗ ਤਿਖ ਨਾ ਬੂਝਾਵੈ। ਬੜੀ ਰੰਗੀਨੀ ਹੈ ਸੰਸਾਰ ਵਿੱਚ, ਬੜੀਆਂ ਮੌਜਾਂ ਨੇ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਨੇ, ਮਾਇਆ ਦੀ ਕਮਾਈ ਕਰਕੇ ਲੱਖਾਂ ਕਰੋੜਾਂ ਅਸੀਂ ਪਾਸ ਇਕੱਠੇ ਕਰ ਲਏ। ਜੇ ਤੁਸੀਂ ਆਖੋ ਇਹ ਪਿਆਸ ਜੋ ਮਾਇਆ ਦੀ ਲੱਗੀ ਹੈ, ਮਾਇਆ ਨੂੰ ਪ੍ਰਾਪਤ ਕਰਕੇ ਮਿਟ ਜਾਵੇਗੀ। ਸਾਹਿਬ ਕਹਿੰਦੇ ਨੇ, ਇਹ ਰੰਗ ਤਮਾਸ਼ਿਆਂ ਵਿੱਚ ਕਦੇ ਵੀ ਬੰਦਾ ਰੱਜਦਾ ਨਹੀਂ ਹੈ, ਰੰਗੀਨੀਆਂ ਵਿੱਚ ਕਦੇ ਵੀ ਬੰਦਾ ਰੱਜਦਾ ਨਹੀਂ ਹੈ। ਹਰਿ ਕਾ ਨਾਮ ਜਪਤ ਆਘਾਵੈ। ਪਰਮਾਤਮਾ ਦੇ ਨਾਮ ਦੀ ਹੀ ਐਸੀ ਬਰਕਤ ਹੈ ਜੋ ਮਾਇਆ ਦੀ ਪਿਆਸ ਵੀ ਬੁਝਾ ਦਿੰਦਾ ਹੈ ਔਰ ਮਾਇਆ ਦੀ ਭੁੱਖ ਵੀ ਮਿਟਾ ਦਿੰਦਾ ਹੈ, ਰੱਜ ਬਖਸ਼ਦਾ ਹੈ। ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਮੰਗਣਾ ਮੁੱਕ ਜਾਂਦਾ ਹੈ। ਅੱਗੇ ਮਹਾਰਾਜ ਮੜੀਆਂ ਤੋਂ ਅੱਗੇ ਦੇ ਪੈਂਡੇ ਬਾਬਤ ਜ਼ਿਕਰ ਕਰਦੇ ਨੇ, ਜਿਹੇ ਮਾਰਗ ਇਹੋ ਜਾਤ ਅਕੇਲਾ। ਦੇਖੋ, ਇਸ ਸੰਸਾਰ ਸਾਗਰ ਦੇ ਵਿੱਚ ਸਾਡੇ ਪਾਸ ਸਾਡੇ ਪਰਿਵਾਰ ਦੇ ਜੀਵ ਹੁੰਦੇ ਨੇ, ਸੰਗੀ ਸਾਥੀ ਹੁੰਦੇ ਨੇ, ਬੜੇ ਗੁਜ਼ਾਰੇ ਦੇ ਸਾਧਨ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਕਰਕੇ ਸਾਡਾ ਮਨ ਪਰਚਿਆ ਰਹਿੰਦਾ ਹੈ। ਕਹਿੰਦੇ ਜਦੋਂ ਮੜੀਆਂ ਤੋਂ ਅੱਗੇ ਸੂਖਸ਼ਮ ਸਰੀਰ ਨੂੰ ਚੱਲਣਾ ਪਿਆ, ਉਸ ਰਸਤੇ ਤੇ ਤੇਰਾ ਕੋਈ ਸੰਗੀ ਸਾਥੀ ਨਹੀਂ ਹੋਵੇਗਾ। ਮਾਤਾ ਪਿਤਾ ਭਾਈ ਪੁੱਤਰ ਸਾਗ ਸੰਬੰਧੀ, ਇਹ ਦੁਨਿਆਵੀ ਪਦਾਰਥ, ਪੈਸਾ ਮਾਇਆ, ਇਹ ਮੜੀਆਂ ਤੋਂ ਇੱਧਰ ਦੀ ਦੁਨੀਆ ਹੈ। ਪੁਰ ਸਲਾਤ ਕਾ ਪੰਥ ਦੁਹੇਲਾ। ਕਹਿੰਦੇ ਉਹ ਜਿਹੜਾ ਪੈਂਡਾ ਹੈ ਬੜੀ ਮੁਸ਼ਕਲ ਹੈ। ਸਲਾਤਲ ਮੁਸਤਕੀਮ ਦਾ ਸਰ ਕਰਨਾ, ਉਸ ਪੈਂਡੇ ਨੂੰ ਇਕੱਲਿਆਂ ਤੈਅ ਕਰਨਾ ਬੜੇ ਜਮ ਦੁੱਖ ਦਿੰਦੇ ਨੇ। ਬੜਾ ਤਪਾਇਆ ਜਾਂਦਾ ਹੈ, ਖਪਾਇਆ ਜਾਂਦਾ ਹੈ, ਸਜ਼ਾਵਾਂ ਮਿਲਦੀਆਂ ਨੇ। ਸੰਗ ਨਾ ਸਾਥੀ ਗਵਨ ਅਕੇਲਾ। ਮਹਾਰਾਜ ਕਹਿੰਦੇ ਉਸ ਰਸਤੇ ਤੇ ਇਕੱਲਿਆਂ ਹੀ ਚੱਲਣਾ ਪੈਂਦਾ ਹੈ।
तिथै अवर ना कोई जियो अकेला, पड़ पड़ अगन सागर दे लहरी, पड़ दज है मनमुख ताई है। महाराज कहंदे अग विच जलाया जाता है, दुख दिते जाते ने। फिर पुछो महाराज ऐसे कठिन रस्ते ते, ऐसे दुखां लदे रस्ते ते सहायता कौन कर सकता है? गुरु अर्जन साहिब कहंदे तह हर नाम संग होत सुहेला। सुहेले दा भाव है सहल, सुगम, बड़ा आसान। कहंदे ये परलोक तक दा जेड़ा पैंडा है, जे सुहेला करना है, सौखा गुजारना है, दुखां तो बचना है, तो परमात्मा दा नाम साथी चुन। बाणी पढ़िया कर, इहा खाट चलहो हर लाहा, आगे बसन सुहेला। जिन्हें नाम दी कमाई की, नाम दा धन ही कबरां तो अगे काम आउंदा है, दुनियावी धन कबरां तो पिछे रह जाता है। सो जिन्हें नाम जपिया उन्हां दा लोक परलोक सौरिया है। ऐसा नाम मन सदा ध्याइया। सो हे मन, परमात्मा दा जो ऐसा सुख प्रदान करने वाला नाम है, श्वासां दे नाल ध्याया कर। नानक गुरमुख परमगत पाइया। जिन्ने नाम ध्याया है, गुरु दी शरण जाके उस गुरमुख ने परम गत पाउणी कीती है, परम पदवी पाउणी कीती है। संतां महापुरुषां गुरमुखां वाली बुलंद हस्ती ते पहुंचिया है, नजात हासिल कीती है, रोगां सोगां तो मुक्त होया है। जिवें महाराज गुरु ग्रंथ साहिब विच आउंदा है, बाणी गुर गाई परमगत पाई, पंच मिले सोहाया। जिन्हां ने परमात्मा दे गीत गाए ने, उन्हां नूं परमगत प्राप्त हुई, परम पदवी प्राप्त हुई, उन्हां दा लोक परलोक विच अदब होया। सतगुर ते हम गत पत पाई, हर नाम ध्याया दुख सगल मिटाई। गुरु दी शरण जाके परमात्मा दा नाम जपिया, गत भी मिली, मुक्ति भी मिली रोगां सोगां तो, 84 लाख जूना तो, और पत वडियाई भी दुनिया ते प्रगट होई, दुख भी नाम करके मिट गए। सो गुरु अर्जन साहिब कहंदे ने गुरमुखां नूं परम पद मिलदा है, मुक्ति मिलदी है, गुरमुखां दी वडियाई रहिंदी है, क्योंकि परमात्मा दे गीत गाउंदे ने। सो दास इत्थे सुखमणी दी पावन बाणी दी विचार नूं संकोचदा है। और अज जो श्री गुरु तेग बहादुर साहिब सच्चे पातशाह दा प्रकाश पुरब है, आओ गुरु साहिब दे इतिहास नाल जुड़ के अपना जीवन सफला करिए। गुरु ग्रंथ साहिब सच्चे पातशाह कहंदे ने, गुरु नानक देव गोविंद रूप। गुरु नानक साहिब परमात्मा दा स्वरूप प्रगट होए। इस जोत ने 10 शरीर बदले ने। जिवें कोई राजा राज महल विच लिबास होर पाउंदा है, मजलिस विच ओहदा लिबास होर होवेगा, राज दरबार दे विच कोई होर लिबास, शिकार ते चढ़ेगा कोई होर लिबास, आराम फरामोश होवेगा कोई होर लिबास। इउं परमात्मा दी अगम्मी जोत ने लिबास बदले, जिन्हां विचों 10वां लिबास गुरु गोबिंद सिंह है। दरम्यान 10 पातशाहियां दे दीन दुनिया दे मालक 9वें अकाल पुरख दे सरगुण स्वरूप गुरु तेग बहादुर साहिब ने। गुरु गोबिंद सिंह पातशाह तो भाई नंद लाल जी आदि सिखां ने पुछया, जी तुहाडे 10 विच कोई फर्क है? महाराज कहंदे नहीं, फारसी दे बोल ने, हमू हस्त तेग बहादुर गुरु के गोबिंद सिंह आमद अज नूरे ऊ, हर गोबिंद प्रभ लोक सिधारे, हरि राय तेह ठां बैठारे, हरि कृष्ण तिन के सुत वये, तिन ते तेग बहादुर भये। कोई फर्क नहीं है कहंदे साढ़े 10 दरम्यान। मैं ही महाराज कहंदे निर्गुण अकाल हाँ,
मैं ही गुरु नानक, गुरु तेग बहादुर, गुरु गोबिंद सिंह शब्दा अवतार हाँ। मैं ही समुची लोकाई विच समाया होया हाँ। गुर परमेश्वर एको जान। गुरु ग्रंथ साहिब कहते ने दसां विच कोई फर्क नहीं, जोत ओहा। जुगत साए सहकाया फेर पलटी है। चुलै सो छत निरंजनी, मल तख्त बैठा गुर हटी है। दसां दे विच जोत एक ही है। ऐसे नौवें गुरु नानक गुरु तेग बहादुर साहिब का प्रकाश 1678 बिक्रमी वैसाख वधी पंचवी नूं श्री अमृतसर साहिब विखे गुरु के महलां विच हुंदा है। माता नानकी जी दे पावन हिरदे विच अगमी जोत प्रकाशवान होई। महाराज प्रगट होए ने। धन श्री गुरु हरगोबिंद साहिब छठम पीर बैठा गुर भारी दे ग्रह विखे पंजवां साहिबजादा प्रगट होया है। महाराज आसा दी वार सरवण कर रहे ने हरमंदर साहिब। सुनिया मिल गया महाराज साहिबजादा प्रगट होया है। बालक जन्म्यो भयो आनंद, रखबे हित जग बीरज हिंद। कवि संतोख सिंह गुरप्रताप सूरज ग्रंथ विच कहंदे ने इंसानियत दा, हिंद धर्म दा बीज रखण वाला बालक प्रगट होया। गुरु हरगोबिंद साहिब ने यह खबर अडोल बैठिया सुनी है। इत्थे ध्यान दिओ, जे दुनियावी इंसान गुरु घर बैठा होवे, सत संगत विच बैठा होवे, कन विच कोई फूक मार देवे भी तेरे घर काका पैदा होया है, ते दौड़ उठदा। आसा दी वार कल नूं सुन लवांगे, काके रोज रोज नहीं जमदे। गुरु हरगोबिंद साहिब दुनियावी इंसान नहीं। बाणी कहती है सुख दुख जिहे परसै नहीं, लोभ मोह अभिमान, कहो नानक सुन रे मना सो मूरत भगवान। सुख दुख तो उपराम हस्ती है गुरां दी, ना आए दी खुशी ते ना गए दा गम, सदा आनंद विच रहण वाले ने। होर भगवान की है, होर रब किस नूं कहंदे हो? जो दुख सुख तो रहत है। महाराज ने यह बचन सुन लिया। आसा दी वार दी समाप्ति हुई है। संगत नूं कथा सरवण करवाई, पातशाह ने उपदेश दिता। झोलियां भर के संगत नूं विदा करके हरमंदर साहिब तो उठे ने। गुरु के महलां विच गए। बाबा विधि चंद आदਿਕ सिख नाल ने। जांदियां ही गुरु हरगोबिंद साहिब ने इस बालक नूं वंदना कर दिती, मत्था टेक दिता। इत्थे इतिहास विच बोल दर्ज ने, तब गुरु सिस को बंदन कीनी, अत हित लाए। विधिया कहे महाराज मैनू ये समझाओ, बालक दे अगे बाप सिर नहीं झुकाउंदा, बाप दे अगे बालक सिर झुकाउंदे ने। ये तुसीं जो कर्म कीता है महाराज, इहदा कारण की है? 3 लफ्ज इस बालक की वडियाई विच गुरु हरगोबिंद साहिब ने कहे ने। त्रिदंड, आखंड, महाप्रचंड। त्रिदंड का भाव है कुकर्मियां नूं, बद फैलियां करन वालियां नूं, दुराचारियां नूं, विकारां नूं दंडित करेगा, खुरा खोज मिटावेगा। आखंड इहदा भाव है कितनी चाहे मुसीबत आ जावे, अखंड रहणगे, अडोल रहणगे। ये चलाएमान नहीं हुंदे, ये डोलदे नहीं, ये अडिग ने, अटाए ने। जिवें गुरु ग्रंथ साहिब दे बोल ने, जोग जुगत ज्ञान भुगत सुरत शब्द तत् बेते जप तप अखंडली। इन्हां दी समाधि अखंड होवेगी, अखंड चौंकड़ा ला के विराजमान होणगे। तीसरा लफ्ज है महाप्रचंड। एक किधरे भी गुप्त हो जान, छिप जान, 7 तालियां दे विच इन्हां नूं बंद कर दो। इन्हां दी अजमत वडियाई बरकत ऐसी है, ये दुनिया ते सूरज नालों वध के प्रगट रहणगे।
ਪ੍ਰਚੰਡ ਇਹਨਾਂ ਦਾ ਪ੍ਰਕਾਸ਼ ਹੋਵੇਗਾ। ਜਿਵੇਂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਜੋਤ ਬਾਬਤ ਕਹਿੰਦੇ ਨੇ, ਬਲਿਓ ਚਰਾਗ ਅੰਧਾਰ ਮਹਿ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ ਅਕਾਲ ਪੁਰਖ ਦੀ ਅਗੰਮੀ ਜੋਤ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਦਾ ਪ੍ਰਗਟ ਨੇ। ਭਾਈ ਬਿਧੀ ਚੰਦ ਜੀ, ਮੈਂ ਇਸ ਬਾਲਕ ਅੱਗੇ ਸੀਸ ਇਸ ਲਈ ਨਿਵਾਇਆ ਹੈ, ਇਸ ਬਾਲਕ ਦੇ ਰੋਮ ਰੋਮ ਵਿੱਚ ਵੈਰਾਗ ਹੈ, ਇਹ ਬੜਾ ਸੂਰਬੀਰ ਹੋਵੇਗਾ, ਇਹ ਧਰਮ ਰੱਖਿਅਕ ਹੋਵੇਗਾ ਔਰ ਗੁਰੂ ਨਾਨਕ ਦੇ ਤਖਤ ਦਾ ਵਾਰਸ ਹੋਵੇਗਾ, ਇਸ ਕਰਕੇ ਸਜਦਾ ਕੀਤਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਕੌਤਕ ਵਰਤਾਇਆ। ਮਹਾਰਾਜ ਨਾਮਕਰਨ ਕਰਨ ਲੱਗੇ ਨੇ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਸ਼੍ਰੀ ਗੁਰੂ ਤਬ ਹਿਰਦੈ ਵਿਚਾਰਾ, ਇਸਕੇ ਉਪਜਹਿ ਬਲੀ ਉਧਾਰਾ, ਰਣ ਬਹਾਦਰੀ ਕਰਹਿ ਬਡੇਰੀ, ਇਹ ਨਿਰਭੈ ਜਰ ਤੁਰਕ ਅਖੇਰੀ, ਸੁਤ ਬਹਾਦਰੀ ਤੇਗ ਕਰੇ ਹੈ, ਛਤਰ ਬ੍ਰਿੰਦ ਕੋ ਜੰਗ ਖਪੇ ਹੈ, ਜਾਂ ਤੇ ਤੇਗ ਬਹਾਦਰ ਨਾਮ ਧਰਿਓ ਵਿਚਾਰ ਗੁਰੂ ਅਬਿਰਾਮ। ਕਹਿੰਦੇ ਇਹ ਮੈਦਾਨੇ ਜੰਗ ਵਿੱਚ ਬੜੀ ਬਹਾਦਰੀ ਨਾਲ ਤੇਗ ਚਲਾਉਣਗੇ। ਆਉਣ ਵਾਲਾ ਸਮਾਂ ਮਹਾਰਾਜ ਜਾਣਦੇ ਨੇ, ਇਹਨਾਂ ਦੇ ਫਰਜ਼ੰਦ ਤਲਵਾਰ ਦੇ ਨਾਲ ਜ਼ੁਲਮ ਕਰਨ ਵਾਲਿਆਂ ਦੀਆਂ ਜੜ੍ਹਾਂ ਪੁੱਟ ਦੇਣਗੇ। ਸੋ ਇਹਨਾਂ ਦਾ ਨਾਮ ਅਸੀਂ ਤੇਗ ਬਹਾਦਰ ਰੱਖਦੇ ਹਾਂ। ਦੇਖੋ, ਸਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਪਿੱਛੇ ਕੀ ਹੋਇਆ ਹੈ। ਕੌਣ ਜਾਣਦਾ ਹੈ ਜਨਮਾਂ ਜਨਮੰਤਰਾਂ ਦੀ ਖੇਡ ਨੂੰ। ਜੋ ਕੱਲ ਹੋਇਆ ਅਸੀਂ ਉਹ ਵੀ ਕਈ ਵਾਰ ਭੁੱਲ ਜਾਂਦੇ। ਇਦਾਂ ਦੀ ਸੁਰਤੀ ਹੈ ਸਾਡੀ। ਪਰ ਜਿਹੜੀ ਮਹਾਰਾਜ ਦੀ ਅਜ਼ਮਤ ਹੈ, ਤੂੰ ਸਤਿਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ, ਉਹ ਚੌਹਾਂ ਯੁੱਗਾਂ ਵਿੱਚ ਨਿਰਗੁਣ ਸਰੂਪ ਅਕਾਲ ਪੁਰਖ ਦੇ ਤੌਰ ਤੇ ਪ੍ਰਗਟ ਨੇ। ਉਹ ਜਾਣਦੇ ਨੇ ਪਿੱਛੇ ਕੀ ਹੋਇਆ, ਅਗਾਂਹ ਕੀ ਹੋਣਾ ਹੈ। ਖੈਰ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 12 ਕੁ ਵਰ੍ਹੇ ਦੀ ਉਮਰ ਹੋਈ। 1699 ਬਿਕਰਮੀ ਸੰਮਤ ਫੱਗਣ ਦਾ ਮਹੀਨਾ ਹੈ। ਮਹਾਰਾਜ ਜੀ ਦਾ ਆਨੰਦ ਕਾਰਜ ਮਾਤਾ ਗੁਜਰੀ ਦੇ ਨਾਲ ਕੀਤਾ ਗਿਆ, ਜੋ ਪਿਤਾ ਲਾਲ ਚੰਦ ਮਾਤਾ ਬਿਸ਼ਨ ਕੌਰ ਦੀ ਸੁਪੁੱਤਰੀ ਹੈ, ਪਿੰਡ ਕਰਤਾਰਪੁਰ ਦੇ ਰਹਿਣ ਵਾਲੇ ਨੇ। ਵੇਖੋ, ਹਰ ਮਾਈ ਦਾ ਇਹ ਸੁਪਨਾ ਹੁੰਦਾ ਹੈ ਰੱਬ ਵਰਗਾ ਪਤੀ ਮਿਲੇ। ਤੋ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਨਾ, ਯਾਰ ਵੇ ਨਿਤ ਸੁਖ ਸੁਖੇਂਦੀ ਸਾਮੈ ਪਾਈ, ਵਰ ਲੋੜੀਂਦਾ ਆਇਆ ਵਜੀ ਵਧਾਈ। ਜਦੋਂ ਮਨ ਇਛਿਤ ਵਰ ਮਿਲ ਜਾਵੇ ਫਿਰ ਬੜੀ ਖੇੜੇ ਵਿੱਚ ਰਹਿੰਦੀ ਹੈ ਇਸਤਰੀ। ਰੱਬ ਵਰਗਾ ਪਤੀ ਇਸਤਰੀਆਂ ਲੋਚਦੀਆਂ ਨੇ। ਭਾਗ ਵੇਖੋ ਮਾਤਾ ਗੁਜਰੀ ਦੇ ਕਿਤਨੇ ਮਹਾਨ ਨੇ। ਰੱਬ ਵਰਗਾ ਪਤੀ ਨਹੀਂ, ਰੱਬ ਹੀ ਪਤੀ ਦੇ ਰੂਪ ਵਿੱਚ ਮਿਲ ਗਿਆ ਹੈ। ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਭੇਵ, ਗੁਰੂ ਹੀ ਪਰਮੇਸ਼ਵਰ ਹੈ। ਖੈਰ, ਹਜੇ 14 ਕੁ ਵਰ੍ਹਿਆਂ ਦੀ ਉਮਰ ਹੁੰਦੀ ਹੈ। 1691 ਬਿਕਰਮੀ ਸੰਮਤ ਦੀ ਬਾਤ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੁਗਲਿਆ ਸਲਤਨਤ ਨਾਲ ਟਕਰਾ ਜਾਂਦੇ ਨੇ। ਕਾਰਨ ਕੀ ਹੈ? ਦਿੱਲੀ ਦਾ ਤਖਤ ਭਾਰਤ ਵਰਸ਼ ਤੇ ਮਜ਼ਲੂਮ ਤੇ ਜ਼ੁਲਮ ਕਰਦਾ ਹੈ। ਗੁਰੂ ਨਾਨਕ ਦਾ ਘਰ ਇਹਨਾਂ ਨੂੰ ਇਸ ਪਾਪ ਤੋਂ ਵਰਜਦਾ ਹੈ। ਇਹ ਹੁਕਮਰਾਨ ਆਪਣੀ ਕਰਨੀ ਵਿੱਚ ਦਖਲ ਸਮਝ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਕਰਦੇ ਨੇ। ਕਰਤਾਰਪੁਰ ਘਮਸਾਨ ਦਾ ਯੁੱਧ ਹੁੰਦਾ ਹੈ। ਲੱਖ ਦੇ ਇਰਦ ਗਿਰਦ ਫੌਜਾਂ ਦਿੱਲੀ ਪਤ ਸ਼ਾਹਜਹਾਨ ਦੀਆਂ ਨੇ। 2 ਤੋਂ 3 ਹਜ਼ਾਰ ਸੂਰਮਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਹੈ। ਪੈਂਦੇ ਖਾਂ ਕਾਲੇ ਖਾਂ ਮੁੱਖ ਜਰਨੈਲ ਨੇ ਦਿੱਲੀ ਦੀਆਂ ਫੌਜਾਂ ਦੇ। 14 ਵਰ੍ਹਿਆਂ ਦੇ ਤੇਗ ਲੈ ਕੇ ਗੁਰੂ ਤੇਗ ਬਹਾਦਰ ਮੈਦਾਨੇ ਜੰਗ ਵਿੱਚ ਐਸਾ ਘਮਸਾਨ ਦਾ ਯੁੱਧ ਲੜਦੇ ਨੇ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਸ਼੍ਰੀ ਤੇਗ ਬਹਾਦਰ ਫਿਰਤ ਮਾਹੇ ਬਰਜੰਤ ਬਹੁਤ ਕਰ ਹੜਤ ਨਾਹੇ। ਬੜਾ ਘਮਸਾਨ ਦਾ ਯੁੱਧ ਪਾਤਸ਼ਾਹ ਲੜਦੇ ਨੇ। ਅਟਾਰੀ ਮਹਿਲਾਂ ਦੀ ਤੇ ਮਾਤਾ ਨਾਨਕੀ ਮਾਤਾ ਗੁਜਰੀ ਇਹ ਮੈਦਾਨੇ ਜੰਗ ਨੂੰ ਦੇਖ ਰਹੇ ਸਨ। ਜਦੋਂ ਹਜ਼ਾਰਾਂ ਦੇ ਆਹੂ ਬਾਬਾ ਤੇਗ ਬਹਾਦਰ ਨੇ ਲਾ ਦਿੱਤੇ,
माता नानकी जी ने एक सुनिया कासिद दे हथ भेजिया, दुश्मनां नूं चीर के मेरे फरजंद कोल जा और जाके ये बेनती कर, शरीर हजे तुहाडा जवान नहीं होया, 14 वरियां दी उम्र की है, बचपन ते जवानी दे दरम्यान तुसी हो, सो तुसी मैदाने जंग विच हज़ारां दे आहू ला दिते ने, हुण वापस आ जाओ, तुहाडे पिता ने जंग जीत ही लेना है। कासिद दुश्मनां नूं चीर के गुरां कोल पहुंच के बेनती करदा है। गुरु तेग बहादुर साहब कहंदे माता नूं आख दिओ, मैदाने जंग चों सूरे जां तां जंग जित के परतदे ने, जिंदे सूरमे जंग नूं विच छड्ड के कदे परतिया नहीं करदे। बाणी दा फरमान है, सूरा सो पहचानिया जो लरै दीन कै हेत, पुरजा पुरजा कट मरै कबहू ना छाडै खेत। अखीर जंग जिती गई है। बड़ी महान सूरबीरता नाल गुरु तेग बहादुर लड़े। खेड़े विच आके गुरु हरगोबिंद साहब ने आख्या सी, तुहाडा नामकरण आउण वाला समा जान के ही कीता सी, अज नाम ते खरे उतरे हो, तुहाडे वर्गी तेग दुनिया ते कोई चला नहीं सकदा। खैर समा आया, महाराज परिवार नूं लैके कीरतपुर साहब वल चले गए। श्री गुरु हरगोबिंद साहब 5 भूतक शरीर ते आगण लगे ने, अपनी अगमी जोत श्री हरराय साहब विच टिका दिती। 7वें गुरु नानक प्रगट कर दिते गए। गुरु हरगोबिंद साहब जी दे चलाने तो बाद श्री गुरु तेग बहादुर माता नानकी अते माता गुजरी दे नाल बाबा बकाला साहब जो अजकल नगर प्रचलित है, उथे जाके टिक जाते ने। महाराज दे ए नानके सन। समा आया, श्री गुरु हरराय साहब ने 8वें गुरु नानक श्री गुरु हरकृष्ण साहब नूं प्रगट कर दिता। गुरु हरराय साहब चलाना कर गए। गुरु हरकृष्ण साहब लोकाई दे दुख सुख हर रहे ने, रोग सोग मिटा रहे ने, दिल्ली विच प्रगट सन। बचपने विच ही 5 भूतक चोला त्यागण लगे ने। सिख संगत ने पुछया, गुरु नानक दे घर दा वारस कौन होवेगा? 9वां गुरु नानक किस नूं प्रगट करदे हो? गुरप्रताप सूरज ग्रंथ दे बोल ने। कवि संतोख सिंह जी लिखदे ने, बोले सबन सुनाए विसाले, बासह बाबा बीच बकाले। महाराज ने प्रगट होके ये बचन कीता है, बाबा बकाले दे विच रहिंदा है, भाव 9वां गुरु नानक उत्थे मौजूद है। हुण नाम महाराज ने गलूए तो प्रगट ना कीता। जिन्ने भी सोढी वंश दे शहजादे ने सारियां ने मंजियां डाह लईयां बकाले पिंड, सारे ही गुरु बन के बह गए। और हंकार मान धीरमल आदिकां नूं इह भी है भी उन्हां दे कोल श्री आद ग्रंथ साहब दी बीड़ है, जो भाई गुरदास कोलों 1660 बिक्रमी संमत विच रामसर दे कंढे अमृतसर गुरु अर्जन साहब ने लिखवाई सी। कहंदे बीड़ साडे कोल है, पूजा साडी होवेगी। इहो अहंकार विच मते होए सोडी सारे ही गुरु बन बैठे। 22 मंजियां उथे प्रगट सन। घाट ना किन्ही कहाया, सब कहते हैं पाया। सारे ही अपने आप नूं गुरु नानक दे घर दा वारस अखवाउण लग पए। लोकाई पूजा करी गई, क्योंकि कई बार तुसीं वेख्या है कागज दे गुलदस्ते दे इर्द गिर्द भी मक्खियां मंडराउण लग पैंदियां ने, पर किन्ना चिर मंडराउणगियां, खुशबोई नहीं मिलदी। अखीर गुलाब दे फुल ताईं पहुंचना पैंदा है। दीन दुनिया दे मालक गुरु तेग बहादुर भोरे विच बैठे ने। एक महापुरुष बड़ा वड्डा व्यापारी बाबा मखण शाह लुबाणा आया है। बड़ा इन्हां दा जिहड़ा व्यापार सी वो फैलिया होया सी। इतिहास दे विच जिक्र मिलदा है भी तकरीबन हज़ारां ही बैल गड्डे इहदे रस्त दा व्यापार करदे सन और सैकड़े ही बेड़े इस व्यापारी दे सागर विच तैरदे सन। सो ये आके देखदा है
गुरु नानक साहब दे तख्त दे वारस दे दीदारे करने ने, पर इत्थे 22 गुरु बने बैठे ने। 2-2 4-4 मोहरां सोने दियां सारियां अगे रख के मत्था टेकिया, पर मन नूं तसल्ली ना हुई, मन की मुराद पूरी ना हुई। अखीर बाजार विचों पुछदा है भी कोई होर सोढी कुल दा महापुरुष बकाले अंदर मौजूद है? तो लोग टेचर करते ने भी अगे 22 थोड़े ने, तैनूं हुण 23वां गुरु चाहिदा है। कहंदे नहीं, ये कच दे टुकड़े ने, मैं हीरे की खोज विच आया हाँ। पारखू नूं समझ हुंदी है हीरे ते कच विचला भेद की है। अणजाण बंदे दे सावें तुसीं कच तराश के रख दिओ, भुलेखा खा जांदा है। एक बाजार दे विच मुशक्कत घालण वाला दुकानदार कहंदा है, भाई जी फिर एक सोढी वंश दा फरजंद भोरे विच बैठा रहिंदा है। लोकाई उसनूं पागल समझदी है क्योंकि किसे दे मथे नहीं लगदा, संसार नालों टुटिया है। कहंदे ने निरंकार दे नाल जुड़िया रहिंदा है। लोकां दा इह सुभाਅ है, जो परमात्मा नाल जुड़ गए, निरंकार नाल जुड़े, उन्हां नूं झल्ले समझ लिया। जो संसार नाल जुड़े असीं उन्हां नूं सियाणे समझ लिया। गुरु नानक साहब पातशाह कहंदे ने, मैनूं भी लोग भूतना कह दिंदे सन। कोई आखै भूतना, को कहे बेताला, कोई आखे आदमी नानक बेचारा, कई मैनू आम इंसान समझ लेंदे सन। पर गुरु नानक आम नहीं है, गुरु तेग बहादुर आम नहीं है, तुहाडे मेरे वर्गा मामूली चमदा लिफाफा नहीं है। बाणी दा ये फुरमान है। गुरु नानक साहब दी शख्सियत बाबत, जोत रूप हर आप गुरु नानक कहायो, परमात्मा दा स्वरूप आप प्रगट है। पुछया कदों तो भोरे विच बैठे ने? कहंदे जी 26 साल हो गए ने। हैरान रह गया बाबा मखण शाह लुबाणा। हुण इत्थे कई तर्क कर दिंदे ने भी साडे कोलों ते अद्धा घंटा चौंकड़ा नहीं लगदा, 26 साल भोरे विच किवें बैठा जा सकदा है? आखे भोरे च बहना पखंड है, बाणी विच किधरे नहीं मिलेगा, इदां कुछ नहीं लिखिया। हंकार विच, दिखावे विच परमात्मा कदे भी प्रगट नहीं हुंदा। पर जिथे तुहाडे मन की भावना है, भोरे विच बैठो जां चुबारे ते चढ़ जाओ, किधरे भी तुसीं टिके हो, भगती करोगे ते परमात्मा मिलेगा। गुर दृष्टाया सबनी ठाई, जल थल पूर रहा गोसाई। जलां थलां विच, भोरियां चुबारियां विच, हर जरे विच परमात्मा मौजूद है। जिथे भी बैठ के गाओगे प्रगट होवेगा। कहो कबीर भगत कर पाया, भोले भाए मिले रघुराया। भगती दे नाल ही परमेश्वर प्रगट हुंदा है, वसिया वो हर जरे दे विच है। दीन दुनिया दे मालक 26 सालां तो भोरे विच टिके हुए ने। बड़ी हैरानी वाली बात है। तुसी आखोगे इन्ना चिर बैठा किवें जा सकदा है? कहंदे जेड़ा परमात्मा है ना, जदों लोकाई नहीं सी बनी, दुनिया नहीं सी बनी, उदों इकल्ला ही सुन समाध दे विच टिकिया होया सी। महाराज कहंदे अरबद नरबद धुंदू घारा, धरन ना गगन हुक्म अपारा। ना दिन रैन ना चंद ना सूरज, सुन समाध लगाए दा। पुछो जी किन्ना समा वो समाधि लीन रहा है? महाराज कहंदे ने केतड़ियां जुग धुंदू कार है, ताड़ी लाई सिरजनहार है। गिनती नहीं हो सकती, बेअंत जुग परमात्मा टिकिया रहा है। ते जे परमात्मा बेअंत जुग टिक सकता है, परमात्मा दा सरगुण स्वरूप 26 साल क्यों नहीं ताड़ी ला सकता? महाराज कहंदे ने गुर परमेश्वर है भी होग। गुरु इज द ट्रांसेंडेंट लॉर्ड। गुरु अकाल पुरख है, जितना लंबेरा चाहे चौंकड़ा ला सकता है। कहो नानक मेरा गुर समराथा, मा गुरु इज ऑल पावरफुल। सो अपने तल ते ना समझ गुरु नूं भी तेथों चौंकड़ा नहीं लगता ते गुरु नहीं ला सकता। महाराज टिके हुए सन। बाबा मखण शाह लुबाणा, लुबाणा लफ्ज इसलिए वरतिया जाता है, इहदे अर्थ समझियो। बाणिया हुंदा है व्यापारी, इत्थे है लू बाणा, लूण दा व्यापार करन वाला बाणिया।
लूण दे व्यापारी तो बन गया लुबाणा। ये जेहलम दे इलाके विच इन्हां दा बड़ा कारोबार सी लूण दा। ये महाराज गुरु तेग बहादुर साहब नूं मिलण दे लई भोरे दे बाहर पहुंचदा है। जाके बेनती कीती। भोरे दे बाहर माता गुजरी जी बैठे हुए सन। कहंदा मैं महाराज दे दर्शन करने ने। तरला लिया है। माता जी कहंदे ओ समाधि लीन ने, गिला ना करन जे उन्हां नूं समाधि चों उठा दिता, झिड़का ना देण। तो बाबा मक्खण शाह झोली अड के कहंदा मां मैं झिड़का झोली पवा लवांगा, मैं दीदारे कीते बिना ना कुछ खावांगा ना पीवांगा ना वापस ही परतांगा। जिद फड़ लई है। ज्ञानी ज्ञान सिंह लिखते ने इस महात्मा बाबत, मक्खण शाह लुबाणा होतो सिख, दखण देश रहावन वारो, बैल चलै 1 लाख तिसै अरखेप जहाजन को बनजारो। हजारां बैल चलते ने, हजारां बेड़े चलते ने, और 500 अंग रखियक इहदे नाल रहिंदा सी। एडा अमीर बंदा सी। 500 बॉडीगार्ड दे नाल हुंदा सी। होते सवार 500 संग, उठाए तीर तुरंग तुफंग। महाराज दे चरनां विच आया है। माता जी ने दरवाजा खोलिया। जदों दीदारे कीते, मस्तक झुकाया, डंडौत कीती, सोने दियां 2-4 मोहरां गुरां दे चरनां विच रख दित्तियां। पातशाह मुस्कुराए ने, बाहों पकड़ लिया है। कहंदे भाई मक्खण शाह, जो मन दी मनौत सी ओ पूरी कर। सानू माया दी लोड़ नहीं है। अपनियां मोहरां उठा लै। जे भेटा रखनी है, मरदे तू अपनी कीती हुई जुबान ते खरा उतर, पैमा शिकन ना बन, कसम ना तोड़, वादा ना तोड़। तेरा जहाज सागर विच डुब रहा सी, मैं पार लाया है। सुखना तेरी 500 सोने दी मोहर दी है, इत्थे गुरु घर दी अमानत रख दे। खेड़े विच आ गया, अखां भर आईयां। ये समझ पै गई बिन बोलिया सब किश जानदा ए परमेश्वर दा 9वां जामा गुरु तेग बहादुर ने। इन्हां ने मेरे मन दा फुरना बुझ लिया। ये भावना प्रगट हो गई भी वाकया ही गुरु पूरा है। मैं डुबदे जहाज विच बैठे ने अरदास कीती सी। होया इस तरह है, बिरथी कदे ना होवई जन की अरदास। नानक जोर गोविंद का पूर्ण गुणतास। जना प्यारियां दी अरदास व्यर्थ नहीं जाती, पूरी हुंदी है। खैर, दीन दुनिया दे मालक गुरु तेग बहादुर साहिब सच्चे पातशाह दे सावें भाई मक्खण शाह खलोता है। पर मन दे विच फिर शंका है भी ये बकाले बैठे ने, जहाज मेरा, बेड़ा मेरा सागर विच डुब रहा सी, इन्हां पार किवें ला दिता। बापू ने अंदर दी बुझ लई, खब्बे मोढे तो चोला हटाया है। पंथ प्रकाश दे बोल ने। ज्ञानी ज्ञान सिंह बहान इतिहासकार लिखते ने, मोढे ते हथ मारिया बापू तेग बहादुर साहब ने। कहंदे पिख कंध अभी लग छिला पयो, जानत तू यह झला पयो। वो तू मैनू झला समझदा है? आ वेख तेरा बेड़ा बने लाउंदिया मेरा मोढा छिलिया गया। बाबा मक्खण शाह जे मोढा ना लाउंदा ते तेरा खुरा खोज मिट जाना सी। ये गुरु दी अजमत है, गुरु दी बरकत है। गुरु ग्रंथ साहिब सच्चे पातशाह नूं पुछियो कि गुरु ऐसी अजमत रखदा है? महाराज कहंदे ने, गुर ते बाहर किश नहीं, गुर कीता लोड़े सो होए। नथिंग इज बियॉन्ड गुरु तेग बहादुर। जो चाहे वो कर सकता है। महाराज गुरु तेग बहादुर साहब नूं बाबा मक्खण शाह कहंदा जी हुण प्रगट होवो। महाराज कहंदे बाबा मक्खण शाह मैं बड़े आनंद विच आ, अपने निर्गुण स्वरूप नाल जुड़िया रहिंदा हां, मैं दुनिया तो की लेना है। ते बाबा मक्खण शाह कहंदा जी तुसीं बेमोहताज हो, तुहाडी दुनिया ताईं कोई लोड़ नहीं है, पर डुबदे बेड़ियां नूं तुहाडी लोड़ पै गई है। किसे दे कारोबार दा बेड़ा डुब रहा है, किसे दे जीवन दा बेड़ा
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਛੱਲਾਂ ਵਿੱਚ ਡੁੱਬ ਰਿਹਾ ਹੈ। ਕਿਸੇ ਦੇ ਜੀਵਨ ਦਾ ਬੇੜਾ 84 ਲੱਖ ਜੂਨਾਂ ਵੱਲ ਨੂੰ ਵਹਿੰਦਾ ਤੁਰਿਆ ਜਾ ਰਿਹਾ ਹੈ। ਮਹਾਰਾਜ ਤੁਸੀਂ ਹੀ ਬੇੜੇ ਪਾਰ ਲਾਉਣ ਵਾਲੇ ਹੋ, ਪ੍ਰਗਟ ਹੋ। ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਨਾਰਾ ਬੁਲੰਦ ਕੀਤਾ ਬਾਬਾ ਮੱਖਣ ਸ਼ਾਹ ਨੇ। ਗੁਰਪੂਰੇ ਕੀ ਬੇਅੰਤ ਵਡਾਈ, ਗੁਰੂ ਸਾਹਿਬ ਦੀ ਵਡਿਆਈ ਦੁਨੀਆ ਤੇ ਪ੍ਰਗਟ ਹੋਈ। ਇੱਥੋਂ ਪਾਤਸ਼ਾਹ ਲੋਕਾਈ ਨੂੰ ਤਾਰਨ ਲੱਗ ਪਏ। ਲੱਖਾਂ ਜੀਵਾਂ ਨੂੰ ਅਕਾਲ ਪੁਰਖ ਦੇ ਨਾਮ ਨਾਲ ਜੋੜ ਕੇ ਪਾਤਸ਼ਾਹ ਨੇ ਨਜ਼ਾਤ ਦਵਾਈ। ਅਨੰਦਪੁਰ ਸਾਹਿਬ ਟਿਕੇ ਹੋਏ ਸਨ। ਸਮਾਂ ਆਇਆ ਭਾਰਤ ਵਰਸ਼ ਦਾ ਬਾਦਸ਼ਾਹ ਔਰੰਗਜ਼ੇਬ ਮੁਗਲਿਆ ਸਲਤਨਤ ਦੇ ਤਖਤ ਤੇ ਬੈਠਾ ਹੈ। ਇਹਨੇ ਇੱਕ ਐਲਾਨ ਕੀਤਾ, ਮੈਂ ਭਾਰਤ ਵਰਸ਼ ਦੇ ਲੋਕਾਂ ਨੂੰ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਵੱਲ ਲੈ ਜਾਵਾਂਗਾ। ਇਸ ਲਫ਼ਜ਼ ਨੂੰ ਸਮਝਿਓ, ਦਾਰੁਲ ਹਰਬ ਦਾ ਮਤਲਬ ਹੈ ਜਿਸ ਦੇਸ਼ ਵਿੱਚ ਰਾਜ ਇਸਲਾਮ ਦਾ ਹੋਵੇ ਪਰ ਪ੍ਰੈਕਟਿਸ ਸਭ ਧਰਮਾਂ ਦੀ ਹੋ ਜਾਵੇ। ਹਿੰਦੂਓ ਗਾਇਤਰੀ ਪੜੋ, ਮੰਦਰਾਂ 'ਚ ਜਾਓ। ਸਿੱਖੋ ਆਸਾ ਦੀ ਵਾਰ ਲਾਓ, ਗੁਰਦੁਆਰੇ ਜਾਓ। ਈਸਾਈ ਮਤ ਨਾਲ ਸੰਬੰਧਤ ਹੋ, ਚਰਚ ਵਿੱਚ ਜਾਓ। ਦਾਰੁਲ ਇਸਲਾਮ ਦਾ ਮਤਲਬ ਹੈ ਜਿੱਥੇ ਰਾਜ ਇਸਲਾਮ ਦਾ ਹੈ ਔਰ ਪ੍ਰੈਕਟਿਸ ਵੀ ਇਸਲਾਮ ਦੀ ਹੋਵੇ, ਦੂਸਰੇ ਧਰਮ ਦੀ ਪ੍ਰੈਕਟਿਸ ਨਾ ਕੀਤੀ ਜਾ ਸਕੇ। ਇਹਨੇ ਐਲਾਨ ਕੀਤਾ, ਮੈਂ ਸਭ ਨੂੰ ਮਿਟਾ ਦੇਵਾਂਗਾ। ਸਭ ਤੋਂ ਪਹਿਲਾਂ ਇਹਨੇ ਸਨਾਤਨ ਮਤ ਦੇ ਵਿਦਵਾਨ ਟਾਰਗੇਟ ਕੀਤੇ ਨੇ। ਵਿਦਵਾਨਾਂ ਨੂੰ ਇਹ ਲੋਚਦਾ ਹੈ ਇਸਲਾਮ ਵਿੱਚ ਲਿਆਉਣਾ। ਤੁਸੀਂ ਕਈ ਵਾਰ ਸੁਣਿਆ ਹੋਵੇਗਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਨੂੰ ਰੱਖਿਆ। ਇਹ ਲਫ਼ਜ਼ ਠੀਕ ਨਹੀਂ ਹੈ। ਕਸ਼ਮੀਰੀ ਪੰਡਤ ਹੀ ਇਕੱਲੇ ਨਹੀਂ ਰੱਖੇ, ਭਾਰਤ ਵਰਸ਼ ਦੀ ਧੋਤੀ ਬੋਦੀ ਜੰਜੂ ਤਿਲਕ ਸਨਾਤਨ ਮਤ ਅਗਰ ਦੁਨੀਆ ਤੇ ਮੌਜੂਦ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦੇ ਸਦਕਾ ਹੈ। ਦੇਖੋ, ਕਿਰਪਾ ਰਾਮਦੱਤ ਆਦਿਕ ਜਿੰਨੇ ਵੀ ਵਿਦਵਾਨ ਪੰਡਤ ਨੇ ਉਹਨਾਂ ਨੂੰ ਟਾਰਗੇਟ ਔਰੰਗਜ਼ੇਬ ਨੇ ਇਸ ਲਈ ਕੀਤਾ ਹੈ, ਉਹ ਜਾਣਦਾ ਹੈ ਵੀ ਹਿੰਦੂ ਮਤ ਦੀ ਆਬਾਦੀ ਬੜੀ ਹੈ। ਕੱਲੇ ਕੱਲੇ ਨੂੰ ਇਸਲਾਮ ਵਿੱਚ ਲਿਆਉਣਾ ਇਹ ਬੜਾ ਕਠਿਨ ਕਾਰਜ ਹੈ ਔਰ ਲੰਬੇਰਾ ਸਮਾਂ ਚਾਹੀਦਾ ਹੈ। ਸੋ ਜਿਹੜੇ ਵਿਦਵਾਨ ਪੁਰਸ਼ ਹੁੰਦੇ ਨੇ, ਜਿਨ੍ਹਾਂ ਤੋਂ ਧਰਮੀ ਲੋਕ ਸੇਧ ਲੈਂਦੇ ਨੇ, ਕੌਮਾਂ ਸੇਧ ਲੈਂਦੀਆਂ ਨੇ, ਗਿਆਨਵਾਨ ਲੋਕ, ਪ੍ਰਚਾਰਕ ਲੋਕ, ਵਿਦਵਾਨ ਲੋਕ, ਅਗਰ ਇਹ ਧਰਮ ਤਬਦੀਲ ਕਰ ਲੈਣ, ਕਲਮਾ ਪੜ ਲੈਣ, ਸਨਾਤਨ ਮਤ ਨੂੰ ਛੱਡ ਕੇ ਇਸਲਾਮ ਵਿੱਚ ਆ ਜਾਣ, ਤੇ ਇਹਨਾਂ ਦੇ ਪਿੱਛੇ ਲੱਖਾਂ ਹਿੰਦੂ ਜੰਜੂ ਲਾ ਕੇ ਮੁਸਲਮਾਨ ਹੋ ਜਾਣਗੇ। ਸੋ ਉਹਨੇ ਪਹਿਲਾਂ ਧਿਆਨ ਦਿੱਤਾ ਹੈ ਵਿਦਵਾਨ ਪੁਰਸ਼ਾਂ ਵੱਲ। ਹੁਣ ਕਸ਼ਮੀਰ ਦੇ ਪੰਡਤ ਬੜੇ ਵਿਦਵਾਨ ਨੇ। ਜਦੋਂ ਲਾਲਚ ਦੇ ਨਾਲ ਖਰੀਦੋ ਫਰੋਖਤ ਹੋਣ ਲੱਗੀ, ਜਦੋਂ ਡਰ ਦੇ ਨਾਲ ਧਰਮ ਤਬਦੀਲ ਕੀਤੇ ਜਾਣ ਲੱਗੇ, ਜੋ ਨਹੀਂ ਸੀ ਧਰਮ ਤਬਦੀਲ ਕਰਦਾ ਉਹਦਾ ਗਲੂਆ ਕਟਿਆ ਜਾਣ ਲੱਗਿਆ, ਸਨਾਤਨ ਮਤ ਦਾ ਬੇੜਾ ਡੁੱਬਦਾ ਜਾਣ ਕੇ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਵੱਲ, ਆਨੰਦਾਂ ਦੀ ਪੁਰੀ ਵੱਲ ਨੂੰ ਕਿਰਪਾ ਰਾਮਦੱਤ ਸੈਂਕੜੇ ਪੰਡਤਾਂ ਦਾ, ਵਿਦਵਾਨਾਂ ਦਾ ਵਫਦ ਲੈ ਕੇ ਪਹੁੰਚਿਆ। ਜਾ ਕੇ ਬੇਨਤੀ ਕੀਤੀ ਹੈ, ਬਾਪੂ ਤੂੰ ਸਨਾਤਨ ਮਤ ਦੇ ਡੁੱਬਦੇ ਬੇੜੇ ਦਾ ਸਹਾਰਾ ਹੈ, ਤੂੰ ਸਾਨੂੰ ਰੱਖ ਸਕਦਾ ਹੈ। ਜੇ ਨਾ ਤੂੰ ਕਿਰਪਾ ਕੀਤੀ ਤੇ ਸਨਾਤਨ ਮਤ ਦਾ ਚਿਰਾਗ ਔਰੰਗਜ਼ੇਬ ਭਾਰਤ ਵਰਸ਼ ਤੋਂ, ਇਸ ਰੂਹੇ ਜ਼ਮੀਨ ਤੋਂ ਮਿਟਾ ਦੇਵੇਗਾ। ਕਵੀ ਸੰਤੋਖ ਸਿੰਘ ਜੀ ਨੂੰ ਕਦੇ ਪੜਿਓ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ। ਕਿਰਪਾ ਰਾਮਦੱਤ ਬੋਲਦਾ ਹੈ, ਰਾਖੋ ਅਬ ਹਿੰਦਨ ਕੀ ਟੇਕ, ਨਾਹਿਨ ਜਗ ਮੈਂ ਰਾਹੇ ਨਾ ਏਕ, ਤੁਸੀਂ ਟੇਕ ਰੱਖੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਠੀਕ ਹੈ, ਐ ਕਿਰਪਾ ਰਾਮਦੱਤ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਵਫਦ ਲੈ ਜਾਓ, ਮਜਲਿਸ ਵਿੱਚ ਬੈਠ ਕੇ ਆਖੋ ਸਾਡਾ ਮੁਰਸ਼ਿਦ ਗੁਰੂ ਤੇਗ ਬਹਾਦਰ ਹੈ। ਜੇ ਗੁਰੂ ਤੇਗ ਬਹਾਦਰ ਕਲਮਾ ਪੜ ਲਵੇ, ਸਿਰ ਝੁਕਾ ਦੇਵੇ, ਭਾਰਤ ਵਰਸ਼ ਦੇ ਸਨਾਤਨ ਮਤੀਏ ਹਿੰਦੂ ਲੋਕ ਅਤੇ ਸਿੱਖ ਲੋਕ ਸਾਰੇ ਹੀ ਕਲਮਾ ਪੜ ਦੇਣਗੇ, ਸਿੱਖ ਸਿੱਖੀ ਛੱਡ ਦੇਣਗੇ, ਸਨਾਤਨ ਮਤ ਜੰਜੂ ਲਾ ਕੇ ਇਸਲਾਮ ਵਿੱਚ ਆ ਜਾਵੇਗਾ। ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਝੁਕੇ, ਤੂੰ ਉੱਚੀ ਅੱਖ ਦੇ ਨਾਲ ਜੰਜੂ ਨੂੰ ਨਹੀਂ ਤੱਕੇਗਾ। ਔਰੰਗਜ਼ੇਬ ਨਾਲ ਬੈਠਕ ਹੁੰਦੀ ਹੈ, ਹੰਕਾਰੀ ਬੰਦਾ ਸੀ, ਚੂਰ ਸੀ ਗਰੂਰ ਵਿੱਚ ਵੀ, ਮੇਰੇ ਅੱਗੇ ਫਕੀਰ ਕਿੱਥੇ ਟਿਕ ਪਾਵੇਗਾ। ਕਹਿੰਦਾ ਠੀਕ ਹੈ, ਕਸਮ ਉਠਾਉਂਦਾ ਹਾਂ,
अगर गुरु तेग बहादुर झुक गए, डोल गए सिरड़ तो, ते तुहानू सारिਆਂ ਨੂੰ भारत वर्ष ਦੇ ਲੋਕਾਂ ਨੂੰ मुसलमान बनना पवेगा। गुरु साहब ना झुके ना डोले ते सनातन मत नूं छड्ड देवांगा। भाई नंद लाल कहंदे गुरु तेग बहादुर साहब दा सुभाਅ है शरण आया दी रखिया करनी। गुरु तेग बहादुर आसा राफा अफजाल जीनत आराए महफिले जाहो जलाल। शरण आया नूं बापू तू रखदा है, सतगुर मेरा सदा दयाला, मोहे दीन को राख लिया। अखीर पातशाह सनातन मत नूं इंसानियत नूं रखण लई आगरे तो गिरफ्तारी दिंदे ने। दिल्ली दे विच मुगलिया हुकूमत वल्लों पातशाह नूं लिआंदा जांदा है। जिस इलाके विच तुसीं अज विचर रहे हो, इस चांदनी चौक दे इलाके विच पास ही एक भूतां वाली हवेली प्रचलित सी। महाराज नूं उत्थे रखिया गया। दिल्ली दा निज़ाम सैफुद्दीन है, मुतफलक खान इत्थे किलेदार है, शाही कारी इत्थे वहाबदीन है। भूतां वाली हवेली बाबत प्रचलित सी, गोस्ट हाउस कहंदे सन। उहदे विच भूतां प्रेतां दा वासा सी। जिहड़ा कैदी उत्थे रात रहिंदा सी उहदा खुरा खोज मिट जांदा सी। बाणी दा फरमान है, कई कोट भूत प्रेत सूकर मृगाच। बाणी ये मोहर लाउंदी है, जो कुछ भी बाणी विच आ गया पत्थर ते लकीर है। जिहड़े कहंदे भूत प्रेत नहीं हुंदे, अगोचर दुनिया इनविजिबल दुनिया बाबत तो जान लो, जो अखां दा विशा नहीं है, निरस्वरूप है। जे कोई मां नूं आखे मां किन्ना क प्यार है बच्चे नाल, उहदा रंग रूप दिखा, मां नहीं दिखा सकदी, पर प्यार है, प्यार भावना है। ये अगोचर दुनिया महसूस हुंदी है। खैर पुरानी हवेली विच पातशाह कैद ने। एक जदों रात लंघ गई, वहाबदीन सैफुद्दीन आपस विच बचन बलास करते हैं। वहाबदीन नूं सैफुद्दीन ने पुछया कि गुरु खौफजदा होया है, कि भूतां वाली हवेली विच मोया है गुरु? जे नहीं मोया कि उहदे अंदर डर है, वो इस्लाम कबूल लवेगा? कहंदे अगों फिर वहाबदीन ने जेड़ा जवाब दिता है, सोहन लाल सूरी ने यह बयान किया है, मकाने जिंदा रहा गुलस्ताने तसवर फरमूद। गुरु तेग बहादुर नूं कुछ नहीं होया, भूतां दा कोई खौफ नहीं है। वो इउं भूतां वाली हवेली विच सैर कर रहा है जिवें कोई बादशाह बगीचे विच खिड़िया होया सैर करदा होवे। उहनूं कोई डरा नहीं सकदा। बाणी दा फरमान है, वे मोहताजा वे परवाहो, नानक दास कहो गुरवाहो। गुरां नूं डराउण लई फिर पिंजरे विच पाया, चांदनी चौक दी कुतवाली कैद कीता। भाई मती दास सती दास भाई दयाला जी नूं गुरां दे सावें शहीद कीता। अखीर महाराज नूं आखिया गया, जां करामात करो जां ईन मन्नो, तख्तो ताज मिलणगे, कलमा पढ़ लो। जे कोई भी शर्त कबूल नहीं है ते तुहानूं मरना पवेगा, तुहाडा गलूआ कट दिता जावेगा। बापू कहंदे मैं बेमोहताज हाँ, जिवें बाणी दा फरमान है, सतगुर मेरा बेमोहताज, माए गुरु इज टोटली इंडिपेंडेंट। कहंदे मैं हुक्म विच केवल अकाल दे चलदा, औरंगजेब मैनू अपना दीन प्यारा, मैनू दुनिया दे सब दीन प्यारे ने। तू धक्को जोरी करके दीन बदलदा है। दीन प्रेम दा विषा है, जिन प्रेम कीओ तिन ही प्रभ पायो। गुरु गोबिंद सिंह दे भी बोल ने, प्रेम नाल प्रचार करो, धर्म प्रफुल्लित करो। तुसीं खरीदो फरोख्त करदे हो, धक्को जोरी करदे हो। मैं अपने धर्म विच रवांगा, सिरड़ नहीं छड्डांगा। तू अपनी कसम ते कायम रही, सनातन मत नूं तैनूं छड्डना पवेगा। अखीर सैयद जलालुद्दीन जलाद ने तलवार सूत लई है। गुरु तेग बहादुर साहब कहंदे मैं जपजी साहब करके समाप्ति करांगा, तू तलवार चला दई। इशनान कीता, जपजी दा जाप कीता, गलुए चों अखीरले बोल ललकार के दिल्ली दी सल्तनत लई पातशाह ने कड्डे। काजी वहाबदीन नूं दिल्ली सल्तनत नूं गज वज के बापू ने आखिया, मैं हाँ तेग परख लै तेग, तू भी एक दो नहीं परख लै 100 तेगा। मैनू तेग बहादुर दा लकब मिलिया, मेरा कुछ नहीं सकदियां खो तेगा। मैं जमदियां तेगा दी शाह माणी, मेरे प्यो ने पैनियां 2 तेगा। मेरे पिता दी अणख बहादरी ते रेहा परखदा तेरा प्यो तेगा। हुण वेखी आउंदे भविख अंदर
मेरे पुत्र ने वाहुणियां ओ तेगा, ओदी तेग चों जेड़ी तेग निकलू लखां लऊगी तेरियां खो तेगा। आए औरंगजेब मैं शांति प्रस्त हाँ फकीर हाँ सिर दे चलिया, पर ऐसा भांबड़ मचेगा मेरे फरजंद गुरु गोबिंद राय दे जहन विच खालसा प्रगट करेगा, वो खालसा दिल्ली दा तख्त साड़ के सुआह करेगा। होया भी इसे तरह, खालसा सज्जिया 1699 दी विसाखी ते अखीर बाबा बंदा सिंह बहादुर वर्गे सूरिया, बाबा बघेल सिंह, बाबा जस्सा सिंह आलूवालिया, बाबा जस्सा सिंह रामगढ़िए होना, महाराजा रणजीत सिंह होना भारत वर्ष विच खालसा राज स्थापित किया। मुगलिया सल्तनत दा राज जो 1001 ईस्वी तो महमूद गजनवी तो लैके मुगल डायनेस्टी, पठान डायनेस्टी, लोधी डायनेस्टी कमा रही सी, मिटा दिता। और इतिहासिक गवाही इस साके दी शहीदी दी गुरु गोबिंद सिंह ने बचित्र नाटक ऑटोबायोग्राफी विच प्रगट करदे ए बचन कहे ने, तिलक जंजू राखा प्रभ ताका कीनो बडो कलू मह साका, धर्म हेत साका जिन किया शीस दिया पर सिर ना दिया। ऐसे मेरे गुरु तेग बहादुर साहिब जिन्हां दी शहीदी लोकाई दे भले हित, ह्यूमन राइट्स दे लई, सनातन मत नूं रखण लई, जुल्मो सितम दे खिलाफ होई, दीन दुनिया दे मालक ने अगमी शहादत दी अवधि माणी है, जिसनूं देशां देशांतरां विच याद कीता जा रहा है। और भारत वर्ष दी सरकार वल्लों लाल किले ते कल 20 अप्रैल अते अज 21 अप्रैल 2022 नूं गुरु साहिब जी दे 400 साला समागमां नूं समर्पित चौथी शताब्दी मनाउंदियां महान गुरमत समागम करवाए जा रहे ने। कल भी आप संगत ने शिरकत की है, अज भी आप संगत ने शिरकत करनी है। मैं बेनती करा गुरु तेग बहादुर साहिब दे भारत वर्ष उपर, सनातन मत उपर, इंसानियत उपर जितने एहसान ने उतारे नहीं जा सकते, समुची दुनिया ताईं इन्हां समागमां राहीं गुरु साहिब दा उपदेश पहुंच रहा है, बलिदान दी गाथा पहुंच रही है। भारत वर्ष दी सरकार दा भी धन्नवाद है, दिल्ली सिख गुरुद्वारा प्रबंधक कमेटी जो इन्हां समागमां विच सहयोग कर रही है उन्हां दा भी धन्नवाद है। कल नूं फिर आप संगत दे दीदारे करांगे। इस पावन स्थान तो खंडे दी पौल छको, गुरु वाले बनो, श्री गुरु तेग बहादुर साहिब जी दे दर ते आए हो। महाराज सबना दियां झोलियां भरन, तेग बहादुर सिमरिया कर नौने दे आवे धाए। वाहिगुरू जी का खालसा, वाहिगुरू जी की फतेह।